Good morning, students. Today we'll be discussing production of very low temperatures by adiabatic demagnetization. So adiabatic demagnetization ਕੀ ਹੁੰਦਾ ਹੈ? ਜਿਵੇਂ ਆਪਾਂ ਜੂਲ ਥॉमसन ਇਫੈਕਟ ਪੜਿਆ ਸੀ ਕਿ ਕੂਲਿੰਗ ਇਫੈਕਟ ਪ੍ਰੋਡਿਊਸ ਕਰਨ ਲਈ ਆਪਾਂ ਜੂਲ ਥॉमसन ਇਫੈਕਟ ਯੂਜ਼ ਕਰਦੇ ਸੀ। ਸਿਮਿਲਰਲੀ ਅਗਰ ਆਪਾਂ ਪੈਰਾਮੈਗਨੈਟਿਕ ਸਬਸਟੈਂਸ ਨੂੰ ਕੂਲ ਕਰਨਾ ਹੈ ਜਾਂ ਪੈਰਾਮੈਗਨੈਟਿਕ ਸਬਸਟੈਂਸ ਦਾ ਟੈਂਪਰੇਚਰ ਰਿਡਿਊਸ ਕਰਨਾ ਹੈ ਤਾਂ ਆਪਾਂ ਜਿਹੜੀ ਪ੍ਰੋਸੈਸ ਯੂਜ਼ ਕਰਾਂਗੇ ਉਹ ਉਸਨੂੰ ਆਪਾਂ ਕੀ ਕਹਿੰਦੇ ਆ ਐਡੀਆਬੈਟਿਕ ਡੀਮੈਗਨੇਟਾਈਜੇਸ਼ਨ। ਓਕੇ, ਸੋ ਹੁਣ ਇਹ ਪ੍ਰੋਸੈਸ ਹੁੰਦੀ ਕੀ ਹੈ, ਜਿਹੜੇ ਵੀ ਪੈਰਾਮੈਗਨੈਟਿਕ ਸਬਸਟੈਂਸਸ ਨੇ ਉਹਨਾਂ ਦੇ ਜਿਹੜੇ ਐਟਮਸ ਹੈ ਉਹ ਬਿਹੇਵ ਕਰਦੇ ਆ ਐਜ਼ ਅ ਮੈਗਨੇਟ, ਔਰ ਆਪਾਂ ਕਹਿ ਸਕਦੇ ਹਾਂ ਕਿ ਮੈਗਨੈਟਿਕ ਡਾਇਪੋਲਸ ਦੀ ਤਰ੍ਹਾਂ ਉਹ ਬਿਹੇਵ ਕਰਦੇ ਆ, ਰਾਈਟ। ਤੇ यूजुअली सारे ਜਿਹੜੇ मैग्नेटिक डायपोल्स है वो randomly oriented ਹੁੰਦੇ ਆ so that magnetic moment of that substance is equal to 0, यानी कि m is equal to 0 क्योंकि randomly oriented ਹੁੰਦੇ ਆ। ਲੇਕਿਨ ਜਦੋਂ ਆਪਾਂ ਉਹਨਾਂ ਨੂੰ magnetic field ਦੇ ਵਿੱਚ ਰੱਖਦੇ ਹਾਂ, when we place the paramagnetic substances in an external magnetic field, यानी कि ਆਪਾਂ ਉਹਨਾਂ ਨੂੰ magnetize ਕਰ ਰਹੇ ਹਾਂ ਤਾਂ ਡਾਇਪੋਲਸ ਜਿਹੜੇ ਹੈ ਉਹ ਇੱਕ ਡਾਇਰੈਕਸ਼ਨ ਦੇ ਵਿੱਚ ਅਲਾਈਨ ਹੋਣੇ ਸ਼ੁਰੂ ਹੋ ਜਾਂਦੇ ਆ। ਉਸ ਦੇ ਨਾਲ ਕੀ ਹੁੰਦਾ ਹੈ, ਜਿਹੜੀਆਂ ਕਲੋਜ਼ਡ ਚੇਨਸ ਉਹਨਾਂ ਨੇ ਬਣਾਈਆਂ ਹੋਈਆਂ ਸੀ ਉਹ ਬ੍ਰੇਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ ਦੀ ਅਲਾਈਨਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਅਲਾਈਨਮੈਂਟ ਹੋਣੀ ਸਟਾਰਟ ਹੋਗੀ ਤਾਂ ਹੁਣ ਮੈਗਨੈਟਿਕ ਮੂਵਮੈਂਟ ਦੀ ਵੈਲਿਊ 0 ਨਹੀਂ ਰਹੇਗੀ, ਉਹ ਕੀ ਹੋਣ ਲੱਗ ਜਾਏਗੀ, ਇਨਕਰੀਜ਼ ਹੋਣ ਲੱਗ ਜਾਏਗੀ। ਔਰ ਜਦੋਂ ਉਹ ਵੈਲਿਊ ਇਨਕਰੀਜ਼ ਹੋ ਰਹੀ ਹੈ that means work is done on that, यानी कि वर्क इज डन ऑन द पैरामैग्नेटिक सब्सटेंस। ठीक है, और ये वर्क करना क्यों है, द वर्क इज डन in breaking the chains or in reorganizing the magnetic dipoles। और ये जेड़ा वर्क ਆਪਾਂ ਕਰ ਰਹੇ ਹਾਂ ਇਹ स्टोर हो जाता है in the sample as its heat energy, right? So this work is stored in the sample as its heat energy। और अगर ये प्रोसेस एडियाबेटिकली हो रही है, यानी कि ਜਿਹੜੀ ਹੀਟ ਪ੍ਰੋਡਿਊਸ ਹੋ ਰਹੀ ਹੈ ਉਹ ਅਲਾਉਡ ਨਹੀਂ ਹੈ ਐਸਕੇਪ ਕਰਨੀ, ਤਾਂ ਕੀ ਹੋਏਗਾ, ਪੈਰਾਮੈਗਨੈਟਿਕ ਸਬਸਟੈਂਸ ਦਾ ਜਿਹੜਾ ਟੈਂਪਰੇਚਰ ਹੈ ਉਹ ਇਨਕਰੀਜ਼ ਹੋ ਜਾਏਗਾ, ਪੈਰਾਮੈਗਨੈਟਿਕ ਸਬਸਟੈਂਸ ਗੈਟਸ ਹੀਟਡ। ਓਕੇ, ਸੋ ਸਿਮਿਲਰਲੀ ਅਗਰ ਪੈਰਾਮੈਗਨੈਟਿਕ ਸਬਸਟੈਂਸ ਨੂੰ ਆਪਾਂ ਐਡੀਆਬੈਟਿਕਲੀ ਡੀਮੈਗਨੇਟਾਈਜ਼ ਕਰੀਏ, ਹੁਣੇ ਆਪਾਂ ਪੜਿਆ ਸੀ ਆਪਾਂ ਉਸ ਨੂੰ ਮੈਗਨੇਟਾਈਜ਼ ਕਰ ਰਹੇ ਸੀ। ਸੋ ਜਦੋਂ ਆਪਾਂ ਮੈਗਨੇਟਾਈਜ਼ ਕਰ ਰਹੇ ਸੀ ਤਾਂ ਟੈਂਪਰੇਚਰ ਇਨਕਰੀਜ਼ ਹੋ ਰਿਹਾ ਸੀ, ਔਰ ਅਗਰ ਆਪਾਂ ਪੈਰਾਮੈਗਨੈਟਿਕ ਸਬਸਟੈਂਸ ਨੂੰ ਡੀਮੈਗਨੇਟਾਈਜ਼ ਕਰਾਂਗੇ obviously ਐਡੀਆਬੈਟਿਕਲੀ, ਤਾਂ ਜਿਹੜੀ ਹੀਟ એનર્ਜੀ ਹੈ ਉਹ ਵਿਦਿਨ ਦ ਸੈਂਪਲ ਜਿਹੜੀ ਹੀਟ એનર્ਜੀ ਹੈ ਉਹ ਕੰਜ਼ਿਊਮ ਹੋ ਜਾਏਗੀ ਟੂ decrease that alignment of magnetic dipoles, और ਆਪਾਂ ਕਹੀਏ ਕਿ magnetic dipoles ਨੂੰ randomly orient ਕਰਨ ਲਈ। ਹੁਣ ਅਗਰ ਉਹ એનર્ਜੀ ਕੰਜ਼ਿਊਮ ਹੋਗੀ ਤਾਂ ਉਹਦੇ ਨਾਲ ਕੀ ਹੋਏਗਾ, ਟੈਂਪਰੇਚਰ ਡਿਕਰੀਜ਼ ਹੋ ਜਾਏਗਾ। So the temperature of the substance decreases or the substance gets cooled, right? So ये ਜਿਹੜੀ process है, the process of heating during magnetization and cooling due to demagnetization of a paramagnetic substance is called thermomagnetic effect or magnetocaloric effect। सो ਜਿਹੜੀ ਇਹ ਪ੍ਰੋਸੈਸ ਹੈ ਕਿ ਮੈਗਨੇਟਾਈਜ਼ ਕਰਦੇ ਆ ਤਾਂ ਹੀਟ ਹੋ ਜਾਂਦੀ ਹੈ ਤੇ ਡੀਮੈਗਨੇਟਾਈਜ਼ ਕਰਦੇ ਆ ਤਾਂ ਕੂਲਿੰਗ ਹੋ ਜਾਂਦੀ ਹੈ। ਐਡੀਆਬੈਟਿਕਲੀ ਜਦੋਂ ਆਪਾਂ ਪ੍ਰੋਸੈਸ ਕਰਦੇ ਆ ਕਿਸੇ ਵੀ ਪੈਰਾਮੈਗਨੈਟਿਕ ਸਬਸਟੈਂਸ ਨੂੰ ਤਾਂ ਇਸ ਪ੍ਰੋਸੈਸ ਨੂੰ ਆਪਾਂ ਥਰਮੋਮੈਗਨੈਟਿਕ ਇਫੈਕਟ ਕਹਿੰਦੇ ਆ ਜਾਂ ਫਿਰ ਮੈਗਨੇਟੋਕੈਲੋਰਿਕ ਇਫੈਕਟ ਕਹਿੰਦੇ ਆ। ਓਕੇ, ਅਗਰ ਇਹਨੂੰ ਆਪਾਂ ਐਂਟਰੋਪੀ ਦੀ ਟਰਮਸ ਦੇ ਵਿੱਚ ਸਮਝਣਾ ਹੈ ਤਾਂ ਜਿਵੇਂ ਥਰਮਲ ਇਕੁਇਲਿਬ੍ਰੀਅਮ ਦੇ ਵਿੱਚ ਆਪਾਂ ਪਹਿਲਾਂ ਗੱਲ ਕਰੀ ਹੈ ਕਿ ਮੋਲੀਕੂਲਰ ਡਾਇਪੋਲਸ ਜਿਹੜੇ ਨੇ ਉਹ ਰੈਂਡਮਲੀ ਓਰੀਐਂਟ ਹੋਣਗੇ, ਯਾਨੀ ਕਿ ਉਹਨਾਂ ਦੇ ਵਿੱਚ ਰੈਂਡਮਨੈਸ ਜ਼ਿਆਦਾ ਹੋਏਗੀ। ਅਗਰ ਰੈਂਡਮਨੈਸ ਜ਼ਿਆਦਾ ਹੋਏਗੀ ਦੈਟ ਮੀਨਸ ਜਿਹੜੀ ਐਂਟਰੋਪੀ ਹੈ ਉਹ ਕੀ ਹੋਏਗੀ, ਮੈਕਸਿਮਮ ਹੋਏਗੀ। ਲੇਕਿਨ ਜਦੋਂ ਆਪਾਂ ਉਸਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖ ਲਾਂਗੇ ਤਾਂ ਕੀ ਹੋਏਗਾ, ਅਲਾਈਨਮੈਂਟ ਜਿਹੜੀ ਹੈ ਉਹ ਇਨਕਰੀਜ਼ ਹੋਣ ਲੱਗ ਗਈ। ਅਗਰ ਅਲਾਈਨਮੈਂਟ ਇਨਕਰੀਜ਼ ਹੋ ਗਈ ਯਾਨੀ ਕਿ ਰੈਂਡਮਨੈਸ ਡਿਸਆਰਡਰ ਡਿਕਰੀਜ਼ ਹੋ ਗਿਆ, or we can say the entropy of the sample decreases। और अगर एंट्रोपी डिक्रीज हो रही है तो मतलब एनर्जी और हीट एनर्जी इज रिजेक्टेड। और इस रिलेशन तो अपन पता है
हीट एनर्जी ते एंट्रोपी का रिलेशन ये है। सो जिहड़ी ये हीट एनर्जी है ये वाली जिहड़ी है टैंपरेचर उसका राइज करा देगी। ओके, सो हुण आपां ये समझिए कि कोई पैरामैगनेटिक सबसटेंस किन्नी हद तक मैगनेटाइज हो सकती है ਜਦੋਂ ਆਪਾਂ ਉਸ ਨੂੰ ਮੈਗਨੈਟਿਕ ਫੀਲਡ ਦੇ ਵਿੱਚ ਰੱਖਦੇ ਹਾਂ। ਇਹਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ in terms of a parameter which is called magnetic susceptibility, and it is defined as the ratio of intensity of magnetization of sample to the magnitude of magnetizing field। ओके, और साई दी वैल्यू अगर ज़्यादा होएगी तो उसका मतलब की है कि पैरामैग्नेटिक जिहड़ी सबसटेंस है वो ज़्यादा एक्सटेंट तक मैग्नेटाइज हो सकती है। सो हायर इज Xi और हायर इज द वैल्यू ऑफ मैग्नेटिक ससेप्टेबिलिटी, greater is the extent to which a paramagnetic substance can be magnetized by that given magnetic field। ओके, और मैग्नेटिक ससेप्टेबिलिटी जिहड़ी है किसी भी पैरामैग्नेटिक सबसटेंस ਦੀ ਇਹ ਇਨਵਰਸਲੀ ਵੇਰੀ ਕਰਦੀ ਹੈ ਐਜ਼ ਇਟਸ ਐਬਸੋल्यूट ਟੈਂਪਰੇਚਰ। सो ਜਦੋਂ ਆਪਾਂ ਇਹ ਪ੍ਰੋਪੋਰਸ਼ਨੈਲਿਟੀ ਸਾਈਨ ਹਟਾਵਾਂਗੇ ਤਾਂ ਆਪਾਂ ਕਾਂਸਟੈਂਟ ਲਗਾ ਦਾਂਗੇ। that means Xi is equal to C by T, where this C is the constant of proportionality which is known as Curie's constant। okay, और ਆਪਾਂ ਨੂੰ ਪਤਾ ਹੈ ਕਿ ਜਿਵੇਂ ਜਿਵੇਂ ਇਹ ਟੈਂਪਰੇਚਰ ਇਨਕਰੀਜ਼ ਹੋਏਗਾ Xi डिक्रीज होएगा, और अगर Xi डिक्रीज हो गया that means ਜਿਹੜਾ मैग्नीट्यूड है मैग्नेटो कैलोरिक इफेक्ट ਦਾ ਉਹ ਇਨਕਰੀਜ਼ ਹੋ ਜਾਏਗਾ ਜਿਵੇਂ ਜਿਵੇਂ ਟੈਂਪਰੇਚਰ डिक्रीज होएगा। right, so susceptibility increases as temperature decreases। Similarly, magnitude of magnetocaloric effect increases at low temperature or as temperature decreases। right, now when a paramagnetic substance at a very low temperature is adiabatically demagnetized, a large cooling effect occurs and the phenomena can be utilized for producing very low temperatures। ਹੁਣ ਆਪਾਂ ਇਹ ਜਾਣ ਲਿਆ ਕਿ ਜਦੋਂ ਆਪਾਂ ਐਡੀਵੇਟਿਕਲੀ ਡੀਮੈਗਨੇਟਾਈਜ਼ ਕਰਦੇ ਹਾਂ ਪੈਰਾਮੈਗਨੈਟਿਕ ਸਬਸਟੈਂਸ ਨੂੰ ਤਾਂ ਉਸ ਦਾ ਟੈਂਪਰੇਚਰ ਡਿਕਰੀਜ਼ ਹੋ ਜਾਂਦਾ ਹੈ। ਤਾਂ ਫਰਦਰ ਕੂਲ ਕਰਨ ਲਈ ਹੋਰ ਜ਼ਿਆਦਾ ਲੋ ਟੈਂਪਰੇਚਰਸ ਤੇ ਲੈ ਕੇ ਆਉਣ ਲਈ ਸਬਸਟੈਂਸ ਨੂੰ ਆਪਾਂ ਇਸ ਮੈਥਡ ਨੂੰ ਯੂਜ਼ ਕਰ ਸਕਦੇ ਹਾਂ। On this method of using magnetocaloric effect to produce very low temperatures, it was given by Debye in 1927 and Geiger in 1929। right, so now let us discuss the method of using magnetocaloric effect और दूसरा नाम की है thermomagnetic effect। so दोनों ही सेम नाम है to produce low temperatures। okay, ਹੁਣ ਇਸ ਦਾ apparatus ਕੀ ਹੈ? The apparatus consists of a tube A from the top of which a paramagnetic substance, say gadolinium sulfate is suspended with silk thread। so ਇਸ ਦੇ ਵਿੱਚ ਕੀ ਹੈ? apparatus ਦੀ ਫਿਗਰ ਦੇ ਵਿੱਚ ਮੈਂ ਤੁਹਾਨੂੰ ਦਿਖਾਣੀ ਆ ਕਿ ਇਹ ਵਾਲੀ ਟਿਊਬ ਦੇ ਵਿੱਚ ਦਾ ਬਣਿਆ ਹੋਇਆ ਜਿਸ ਦੇ ਵਿੱਚ ਇਹ ਟਿਊਬ ਹੈ ਜਿਸ ਦੇ ਵਿੱਚ ਕੀ ਆਪਾਂ ਇਹ ਪੈਰਾਮੈਗਨੈਟਿਕ ਸਬਸਟੈਂਸ ਜਿਹੜਾ ਕੀ ਲਿਆ ਹੈ ਗੈਡੋਲੀਅਮ ਸਲਫੇਟ, ਇਸ ਨੂੰ ਆਪਾਂ ਟਾਈ ਕੀਤਾ ਹੋਇਆ ਵਿਦ ਸਿਲਕ ਥ੍ਰੈਡ। ਰਾਈਟ, ਔਰ ਇਸ ਟਿਊਬ ਨੂੰ ਆਪਾਂ ਇੱਕ ਫਲਾਸਕ ਦੇ ਵਿੱਚ ਰੱਖਿਆ ਹੋਇਆ ਵਿਚ ਇਜ਼ ਟਿਊਬ ਬੀ ਔਰ ਪਾਥ ਬੀ ਜਿਸ ਦੇ ਵਿੱਚ ਆਪਾਂ ਫਿਲ ਕੀਤਾ ਹੋਇਆ ਲਿਕੁਇਡ ਹੀਲੀਅਮ। ਓਕੇ, ਸੋ ਇਹਨੂੰ ਆਪਾਂ ਇਹ ਜਿਹੜੀ ਹੈ ਇਸ ਦੇ ਵਿੱਚ ਆਪਾਂ ਲਿਕੁਇਡ ਹੀਲੀਅਮ ਰੱਖਿਆ ਹੋਇਆ ਔਰ ਇਸ ਟਿਊਬ ਨੂੰ ਇਸ ਬਾਥ ਨੂੰ ਬੀ ਬਾਥ ਨੂੰ ਫਰਦਰ ਆਪਾਂ ਇੱਕ ਬਾਥ ਸੀ ਦੇ ਵਿੱਚ ਰੱਖਿਆ ਹੋਇਆ ਜਿਸ ਨੂੰ ਆਪਾਂ ਫਿਲ ਕੀਤਾ ਹੈ ਵਿਦ ਲਿਕੁਇਡ ਹਾਈਡਰੋਜਨ। ਓਕੇ, ਔਰ ਟਿਊਬ ਏ ਨੂੰ ਆਪਾਂ ਕਨੈਕਟ ਕੀਤਾ ਹੋਇਆ ਵਿਦ ਅ ਵੈਕਿਊਮ ਪੰਪ ਔਰ ਇਸ ਹੋਲ ਐਪਰੇਟਸ ਨੂੰ ਆਪਾਂ ਮੈਗਨੈਟਿਕ ਪੋਲਸ ਦੇ ਵਿੱਚ ਰੱਖਿਆ ਹੋਇਆ। these are the poles of an electromagnet। right, so ਹੁਣ ਹੁੰਦਾ ਕੀ ਹੈ? what is the principle of this method? at low temperatures Xi is quite large and the paramagnetic substance is strongly magnetized and its adiabatic demagnetization results in sufficient decrease in temperature। so ਕੀ ਹੋਏਗਾ? ਪਹਿਲਾਂ ਆਪਾਂ ਉਸ ਨੂੰ ਮੈਗਨੇਟਾਈਜ਼ ਕਰਾਂਗੇ, ਮੈਗਨੇਟਾਈਜ਼ ਕਰਨ ਨਾਲ ਉਸ ਦੇ ਵਿੱਚੋਂ ਹੀਟ ਕੱਢ ਲਾਂਗੇ, ਹੀਟ ਰਿਲੀਜ਼ ਹੋਏਗੀ
ਉਸ ਤੋਂ ਬਾਅਦ ਉਸਨੂੰ ਆਪਾਂ ਐਡੀਆਬੈਟਿਕਲੀ ਡੀਮੈਗਨੇਟਾਈਜ਼ ਕਰ ਦਾਂਗੇ, ਜਿਸ ਨਾਲ ਕਿ ਜਿਹੜੀ ਇੰਟਰਨਲ એનર્ਜੀ ਸੀ, ਜਿਹੜੀ ਉਸਦੀ ਆਪਣੀ એનર્ਜੀ ਸੀ, ਉਸਦੀ ਕਾਜ਼ ਦੇ ਉੱਤੇ ਟੈਂਪਰੇਚਰ ਡਿਕਰੀਜ਼ ਹੋ ਜਾਏਗਾ। ਸੋ ਲੈਟ ਅਸ ਅੰਡਰਸਟੈਂਡ दैट ਟੈਕਨੀਕ। ਹੁਣ ਜਿਹੜੀ ਆਪਾਂ ਇਹ ਪੈਰਾਮੈਗਨੈਟਿਕ ਸਬਸਟੈਂਸ ਨੂੰ ਇੱਥੇ ਹੈਂਗ ਕੀਤਾ ਹੋਇਆ, ਆਪਾਂ ਇਲੈਕਟ੍ਰੋਮੈਗਨੇਟ ਨੂੰ ਸਵਿਚ ਔਨ ਕਰਾਂਗੇ। ਜਿਵੇਂ ਹੀ ਮੈਗਨੇਟ ਫੀਲਡ ਔਨ ਹੋਏਗਾ, ਜਿਹੜਾ ਪੈਰਾਮੈਗਨੈਟਿਕ ਸਬਸਟੈਂਸ ਹੈ ਇਹ ਮੈਗਨੇਟਾਈਜ਼ ਹੋਣਾ ਸ਼ੁਰੂ ਹੋ ਜਾਏਗਾ। ਹੁਣ ਇਹ ਮੈਗਨੇਟਾਈਜ਼ ਹੋਣਾ ਸ਼ੁਰੂ ਹੋ ਜਾਏਗਾ ਤਾਂ ਕੀ ਹੋਏਗਾ, ਹੀਟ ਜਨਰੇਟ ਹੋਏਗੀ। ਆਪਾਂ ਹੁਣੇ ਸਮਝ ਕੇ ਆਏ ਆ ਪਹਿਲਾਂ। ਸੋ ਜਦੋਂ ਹੀਟ ਜਨਰੇਟ ਹੋਏਗੀ ਤਾਂ ਉਸ ਨੂੰ ਬਾਹਰ ਕੱਢਣ ਲਈ ਇਸ ਟਿਊਬ ਦੇ ਵਿੱਚ ਹੀਲੀਅਮ ਵੇਪਰਸ ਦੇ ਨਾਲ ਉਹ ਹੀਟ ਨੂੰ ਬਾਹਰ ਕੱਢ ਲਿਆ ਜਾਏਗਾ ਥਰੂ ਦਿਸ ਵੈਕਿਊਮ ਪੰਪ। ਜਿਵੇਂ ਹੀ ਉਸ ਦੇ ਵਿੱਚੋਂ ਆਪਾਂ ਹੀਟ ਬਾਹਰ ਕੱਢ ਲਿਆ ਤਾਂ ਆਪਾਂ ਕੀ ਕਰਾਂਗੇ, ਇਸ ਟਿਊਬ ਨੂੰ ਥਰਮਲੀ ਆਈਸੋਲੇਟ ਕਰ ਦਾਂਗੇ ਯੂਜ਼ਿੰਗ ਦਿਸ ਲਿਕੁਇਡ ਹਾਈਡਰੋਜਨ। ਔਰ ਜਿਵੇਂ ਹੀ ਆਪਾਂ ਸਵਿਚ ਆਫ ਕਰਾਂਗੇ ਇਲੈਕਟ੍ਰੋਮੈਗਨੇਟ ਨੂੰ ਔਰ ਉਸਨੂੰ ਆਪਾਂ ਆਈਸੋਲੇਟ ਕਰ ਦਿੱਤਾ ਹੀਟ ਨੂੰ ਕੱਢ ਕੇ, ਨਾਲ ਦੀ ਨਾਲ ਆਪਾਂ ਸਵਿਚ ਆਫ ਕਰ ਦਿੱਤਾ ਇਲੈਕਟ੍ਰੋਮੈਗਨੇਟ ਨੂੰ, ਤਾਂ ਜਿਵੇਂ ਹੀ ਸਵਿਚ ਆਫ ਕਰਾਂਗੇ ਤਾਂ ਜਿਹੜੀ ਅਲਾਈਨਮੈਂਟ ਹੈ ਪੈਰਾਮੈਗਨੈਟਿਕ ਸਬਸਟੈਂਸਸ ਦੀ ਉਹ ਬ੍ਰੇਕ ਹੋਣੀ ਸ਼ੁਰੂ ਹੋ ਜਾਏਗੀ, ਜਾਂ ਕਹਿ ਲਓ ਰੈਂਡਮਨੈਸ ਇਨਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਹੁਣ ਰੈਂਡਮਨੈਸ ਇਨਕਰੀਜ਼ ਹੋਏਗੀ ਐਟ ਦ ਕਾਸਟ ਆਫ ਇਟਸ ਓਨ એનર્ਜੀ, ਔਰ ਉਸ ਕਰਕੇ ਇਸ ਦੇ ਵਿੱਚ ਜਿਹੜਾ ਹੈ ਕੂਲਿੰਗ ਇਫੈਕਟ ਹੋ ਜਾਏਗਾ ਔਰ ਇਸ ਦਾ ਟੈਂਪਰੇਚਰ ਡਿਕਰੀਜ਼ ਹੋ ਜਾਏਗਾ। दैट इज व्हाट वी कॉल एडियाबैटिक डीमैग्नेटाइजेशन। सो ਇਹਨੂੰ ਮੈਂ ਇੱਕ ਵਾਰੀ ਇੱਥੇ ਦੁਬਾਰਾ ਰੀਡ ਆਊਟ ਕਰ ਦਿੰਨੀ ਆ ਕਿ ਵਰਕਿੰਗ ਚ ਕੀ ਹੋਏਗਾ। द इलेक्ट्रोमैग्नेट इज स्विच्ड ऑन, द पैरामैग्नेटिक सब्सटेंस गेट्स मैग्नेटाइज और मैग्नेटाइज होने नाल की होएगा, हीट इज जनरेटेड। फिर ਆਪਾਂ ਹੀਟ ਜਨਰੇਟਡ ਨੂੰ ਬਾਹਰ ਕੱਢਣ ਲਈ cold helium vapors are circulated into the tube A to take this heat out। ਹੁਣ ਇਹ ਟਿਊਬ ਨੂੰ ਆਪਾਂ ਕਨੈਕਟ ਕੀਤਾ ਹੋਇਆ ਵਿਦ ਵੈਕਿਊਮ ਪੰਪ ਸੋ दैट ਇਹਨਾਂ ਨੂੰ ਵੇਪਰਸ ਨੂੰ ਆਪਾਂ ਬਾਹਰ ਕੱਢ ਲਈਏ। Thus the magnetic substance gets thermally isolated from liquid helium in the bath B। okay, and ਨਾਲ ਕੀ ਕਰਾਂਗੇ, the magnetic field is now switched off। ਜਿਵੇਂ ਸਵਿਚ ਆਫ ਕਰਾਂਗੇ the substance is going to demagnetize, ਉਹਦੀ ਅਲਾਈਨਮੈਂਟ ਬ੍ਰੇਕ ਹੋਣੀ ਸ਼ੁਰੂ ਹੋ ਜਾਏਗੀ। as this process occurs adiabatically, the temperature inside the tube A falls और temperature ਜਿਹੜਾ ਹੈ ਉਹ decrease ਹੋ ਜਾਏਗਾ। using this method temperature as low as 1.4 into 10⁻³ Kelvin has been obtained। so ਇੰਨੇ ਵੈਲਿਊ ਤੱਕ ਆਪਾਂ ਇਹ ਟੈਂਪਰੇਚਰ ਜਿਹੜਾ ਹੈ ਰਿਡਿਊਸ ਕਰ ਸਕਦੇ ਹਾਂ। ਔਰ ਇੰਨੇ ਜਿਹੜੇ ਟੈਂਪਰੇਚਰ ਘੱਟ ਹੁੰਦੇ ਆ ਇਹਨਾਂ ਦੇ ਉੱਤੇ ਰੈਂਡਮਨੈਸ ਜਿਹੜੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ। ਅਗਰ at such low temperatures the randomness in the direction of atomic magnetic dipole becomes negligibly small and it is not possible to use the above method for further cooling। ਹੁਣ ਆਪਾਂ ਰੈਂਡਮਨੈਸ ਨੂੰ ਹੀ ਚੇਂਜ ਕਰਕੇ ਜਿਹੜੀ ਅਲਾਈਨਮੈਂਟ ਹੈ ਉਸਨੂੰ ਹੀ ਬ੍ਰੇਕ ਕਰਕੇ ਆਪਾਂ ਕੂਲਿੰਗ ਕਰ ਰਹੇ ਸੀ, ਲੇਕਿਨ ਜਦੋਂ ਆਲਰੇਡੀ ਉਸਦਾ ਟੈਂਪਰੇਚਰ ਇੰਨਾ ਹੋ ਗਿਆ ਤਾਂ ਫਰਦਰ ਆਪਾਂ ਇਸ ਟੈਕਨੀਕ ਨੂੰ ਯੂਜ਼ ਕਰਕੇ ਹੋਰ ਜ਼ਿਆਦਾ ਇਸ ਨੂੰ ਕੂਲ ਨਹੀਂ ਕਰ ਸਕਦੇ। ਇਸ ਕਰਕੇ ਹੋਰ ਜ਼ਿਆਦਾ ਕੂਲਿੰਗ ਕਰਨ ਲਈ ਆਪਾਂ ਨਿਊਕਲੀਅਰ ਮੈਗਨੇਟਿਜ਼ਮ ਯੂਜ਼ ਕਰਦੇ ਹਾਂ ਤੇ ਉਹ ਹਲੇ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ। ਸੋ ਕਿਸੇ ਟਾਈਮ ਤੇ ਆਪਾਂ ਉਸਨੂੰ ਡਿਸਕਸ ਕਰਾਂਗੇ। ਸੋ ਜਿਹੜਾ ਟੈਂਪਰੇਚਰ ਅਰਾਊਂਡ 10⁻⁶ Kelvin ਉਹ that has been achieved this way by using this nuclear magnetism technique, and this is about the lowest temperature attained so far। okay, so आज ਆਪਾਂ ਸਮਝਿਆ ਹੈ what is adiabatic demagnetization, ਕਿਸ ਤਰ੍ਹਾਂ ਆਪਾਂ ਉਸ ਦਾ ਐਕਸਪੈਰੀਮੈਂਟਲ ਸੈਟਅਪ ਕੀ ਹੈ, ਐਪਰੇਟਸ ਕੀ ਹੈ, ਕਿਵੇਂ ਆਪਾਂ ਉਸ ਨੂੰ ਅਟੇਨ ਕਰ ਸਕਦੇ ਹਾਂ। ਹੋਪ ਤੁਹਾਨੂੰ ਇਹ ਸਾਰੇ ਆਰਟੀਕਲ ਸਮਝ ਆ ਗਿਆ ਹੋਵੇਗਾ। ਤੇ ਨਾਲ ਦੀ ਨਾਲ ਇਹ ਆਰਟੀਕਲ ਕੰਟੀਨਿਊਟੀ ਦੇ ਵਿੱਚ ਹੀ ਚੱਲੇਗਾ। ਇਸ ਦੀ ਇੱਕ ਦੂਸਰੀ ਵੀਡੀਓ ਮੈਂ ਪਾਵਾਂਗੀ ਜਿਸ ਦੇ ਵਿੱਚ ਕਿ ਆਪਾਂ ਇਸ ਦੀ ਜਿਹੜੀ ਮੈਥਮੈਟੀਕਲ ਟ੍ਰੀਟਮੈਂਟ ਹੈ, ਥਰਮੋਡਾਇਨਾਮਿਕਲ ਟ੍ਰੀਟਮੈਂਟ ਹੈ, ਉਹ ਸਾਰਾ ਕੁਝ ਡਿਸਕਸ ਕਰਾਂਗੇ। ਓਕੇ, ਸੋ ਥੈਂਕ ਯੂ।